ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 24ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਕਿੱਥੇ ਗਈਆਂ ਭੈਣਾਂ ਬਾਰੇ ਗੱਲਬਾਤ ਕਰਾਂਗੇ। ਡਾਕਟਰ ਹਰਭਜਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਨੂੰ ਨਵ ਗਤੀ ਦਾ ਹੁਲਾਰਾ ਦੇਣ ਵਾਲੇ ਇੱਕ ਮਹੱਤਵਪੂਰਨ ਕਵੀ ਹੋਏ ਹਨ। ਆਪ ਦਾ ਜਨਮ 18 ਅਗਸਤ 1920 ਈਸਵੀ ਨੂੰ ਲਮਡਿੰਗ, ਅਸਾਮ ਵਿੱਚ ਹੋਇਆ। ਆਪ ਨੇ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਦੋਹਾਂ ਵਿਸ਼ਿਆਂ ਵਿੱਚ MA ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਲੰਮੇ ਸਮੇਂ ਤੱਕ ਲੈਕਚਰਾਰ ਲੱਗੇ ਰਹੇ। ਆਪ ਦਿੱਲੀ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਵਿਭਾਗ ਦੇ ਅਧਿਅਕਸ਼ ਪਦ ਉੱਤੇ ਵੀ ਲੱਗੇ ਰਹੇ। ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਾਵਿ ਪਰੰਪਰਾ ਤੋਂ ਪਿੱਛੋਂ ਡਾਕਟਰ ਹਰਭਜਨ ਸਿੰਘ ਦਾ ਦਰਜਾ ਮਹੱਤਵਪੂਰਨ ਹੈ। ਆਪ ਕਵੀ ਤੋਂ ਬਿਨਾਂ ਇੱਕ ਉੱਘੇ ਆਲੋਚਕ ਵੀ ਸਨ। ਲਾਸਾਂ ਅੱਧ ਰੈਣੀ, ਨਾ ਧੁੱਪੇ ਨਾ ਛਾਵੇਂ, ਸੜਕ ਦੇ ਸਫ਼ੇ ਉੱਤੇ ਮੈਂ ਜੋ ਬੀਤ ਗਿਆ, ਦੁਪਹਿਰ, ਮੱਥਾ ਦੀਵੇ ਵਾਲਾ, ਰੁੱਖ ਤੇ ਰਿਸ਼ੀ ਆਦਿ ਆਪ ਦੇ ਕੁਝ ਪ੍ਰਸਿੱਧ ਕਾਵਿ ਸੰਗ੍ਰਹਿ ਹਨ। ਆਪ ਦੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਨਾਲ ਪੰਜਾਬੀ ਕਵਿਤਾ ਇਨਸਾਨ ਦੀ ਭਾਵੁਕ ਮਨੋਵਿਰਤੀ ਤੋਂ ਅੱਗੇ ਲੰਘ ਕੇ ਦਿਲ ਦੀਆਂ ਗੁੰਝਲਾਂ ਪੜ੍ਹਨ ਅਤੇ ਖੋਲ੍ਹਣ ਦੇ ਯਤਨਾਂ ਵੱਲ ਝੁਕ ਗਈ। ਆਪ ਦੀ ਕਵਿਤਾ ਯਥਾਰਥਿਕਤਾ ਦੇ ਪ੍ਰਤੱਖ ਪੱਖਾਂ ਦੀ ਥਾਂ ਇਸ ਦੀਆਂ ਗੁੱਝੀਆਂ ਅਸਲੀਅਤਾਂ ਨੂੰ ਦਰਸਾਉਣ 'ਤੇ ਜ਼ੋਰ ਦਿੰਦੀ ਹੈ। ਆਪ ਇੱਕੋ ਸਮੇਂ ਹੀ ਚਿੰਤਕ, ਆਸ਼ਕ, ਮਸਤਾਨਾ, ਦਾਰਸ਼ਨਿਕ ਅਤੇ ਕਵੀ ਆਦਿ ਸਭ ਕੁਝ ਸਨ। ਡਾਕਟਰ ਹਰਭਜਨ ਸਿੰਘ ਨਵੀਨ ਪੰਜਾਬੀ ਕਵਿਤਾ ਵਿੱਚ ਸਵਾਲ ਪੁੱਛਣ ਅਤੇ ਸਵਾਲ ਉਠਾਉਣ ਵਾਲੇ ਵੱਡੇ ਕਵੀ ਹੋਏ ਹਨ। ਜ਼ਿੰਦਗੀ ਦੀਆਂ ਪ੍ਰਚਲਿਤ ਕੀਮਤਾਂ ਅਤੇ ਵਿਸ਼ਵਾਸਾਂ ਨੂੰ ਆਪ ਸਦਾ ਨਵੇਂ ਪੱਖ ਤੋਂ ਨਵੇਂ ਪ੍ਰਸ਼ਨਾਂ ਨਾਲ ਵੰਗਾਰਦੇ ਹਨ। ਇਸ ਕੰਮ ਲਈ ਆਪ ਦੇ ਕੋਲ ਦ੍ਰਿੜ ਹੌਸਲਾ ਅਤੇ ਪਕੇਰੀ ਬੁੱਧੀ ਹੈ। ਚੇਤ ਤੋਂ ਅਚੇਤ, ਕਾਲ ਤੋਂ ਅਕਾਲ ਤੱਕ ਦੀ ਰਚਨਾਤਮਕ ਯਾਤਰਾ ਅਤੇ ਚਿੰਤਨ ਆਪ ਦੇ ਬਹੁਤ ਹੀ ਪਿਆਰੇ ਵਿਸ਼ੇ ਹਨ। ਵਿਅੰਗ ਵੀ ਆਪ ਦੀ ਰਚਨਾ ਦਾ ਸ਼ਕਤੀਸ਼ਾਲੀ ਅੰਗ ਹੈ। ਅੰਤ ਡਾਕਟਰ ਹਰਭਜਨ ਸਿੰਘ ਕਵਿਤਾ ਵਿੱਚ ਆਬਸ਼ਾਰਾਂ ਦੀ ਤੇਜ਼ੀ ਅਤੇ ਅਰਸ਼ਾਂ ਦੇ ਬੋਲਾਂ ਦੀ ਕੋਮਲਤਾ ਘੋਲਦੇ ਹੋਏ 2002 ਵਿੱਚ ਅਕਾਲ ਚਲਾਣਾ ਕਰ ਗਏ। ਸਾਡੇ 11ਵੀਂ ਜਮਾਤ ਦੇ 24ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦਾ ਨਾਂ ਹੈ ਕਿੱਥੇ ਗਈਆਂ ਭੈਣਾਂ। ਇਸ ਕਵਿਤਾ ਵਿੱਚ ਕਵੀ ਨੇ ਅਖੌਤੀ ਵਿਕਸਿਤ ਸੱਭਿਅਤਾ ਦੇ ਦੌਰ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਦੇ ਗੁਆਚ ਜਾਣ ਅਤੇ ਨਿਘਾਰ ਵੱਲ ਜਾ ਰਹੇ ਮਨੁੱਖੀ ਵਿਹਾਰਾਂ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਇਆ ਹੈ। ਡਾਕਟਰ ਹਰਭਜਨ ਸਿੰਘ ਹੈਰਾਨ ਹੋ ਕੇ
ਪੁੱਛਦੇ ਹਨ, ਕਿੱਥੇ ਗਈਆਂ ਭੈਣਾਂ ਤੇ ਕਿੱਥੇ ਗਈਆਂ ਮਾਵਾਂ, ਥਲ ਵਿੱਚ ਸੱਸੀਆਂ, ਝੱਲ ਵਿੱਚ ਹੀਰਾਂ, ਸੋਹਣੀਆਂ ਪਈਆਂ ਵਿੱਚ ਦਰਿਆਵਾਂ। ਡਾਕਟਰ ਹਰਭਜਨ ਸਿੰਘ ਹੈਰਾਨ ਹੋ ਕੇ ਪੁੱਛਦੇ ਹਨ ਕਿ ਅੱਜ ਭੈਣਾਂ ਦਾ ਰਿਸ਼ਤਾ ਕਿੱਥੇ ਚਲਾ ਗਿਆ ਹੈ। ਅੱਜ ਮਾਵਾਂ ਦਾ ਪਵਿੱਤਰ ਰਿਸ਼ਤਾ ਵੀ ਕਿਧਰੇ ਦਿਖਾਈ ਨਹੀਂ ਦਿੰਦਾ। ਕਦੇ ਇਸਤਰੀਆਂ ਲਈ ਮਾਵਾਂ ਭੈਣਾਂ ਦਾ ਸ਼ਬਦ ਹੀ ਵਰਤਿਆ ਜਾਂਦਾ ਸੀ ਅਤੇ ਉਹਨਾਂ ਨੂੰ ਮਾਵਾਂ ਭੈਣਾਂ ਹੀ ਸਮਝਿਆ ਜਾਂਦਾ ਸੀ, ਪਰ ਅੱਜ ਇਹਨਾਂ ਰਿਸ਼ਤਿਆਂ ਦੀ ਵਰਤੋਂ ਅਤੇ ਵਿਹਾਰ ਕਿਧਰੇ ਵੀ ਨਹੀਂ ਦਿਸਦਾ। ਅੱਜ ਤਾਂ ਪ੍ਰੇਮਿਕਾ ਦਾ ਸੁੱਚਾ ਰਿਸ਼ਤਾ ਵੀ ਕਿਧਰੇ ਨਹੀਂ ਦਿਸਦਾ। ਅੱਜ ਤਾਂ ਸੱਸੀਆਂ ਕਿਧਰੇ ਮਾਰੂਥਲ ਵਿੱਚ ਮਰ ਮੁੱਕ ਗਈਆਂ ਹਨ, ਹੀਰਾਂ ਝੱਲ ਵਿੱਚ ਗੁਆਚ ਗਈਆਂ ਹਨ ਅਤੇ ਸੋਹਣੀਆਂ ਦਰਿਆਵਾਂ ਵਿੱਚ ਡੁੱਬ ਕੇ ਮਰ ਗਈਆਂ ਜਾਪਦੀਆਂ ਹਨ। ਅੱਜ ਇਹ ਪਵਿੱਤਰ ਰਿਸ਼ਤੇ ਕਿਧਰੇ ਵੀ ਨਜ਼ਰ ਨਹੀਂ ਆਉਂਦੇ। ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ, ਜਿਸ ਘਰ ਚਾਹਾਂ ਆਵਾਂ ਜਾਵਾਂ, ਹਰ ਇੱਕ ਘਰ ਦੀ ਖਾਸ ਨਿਸ਼ਾਨੀ, ਹਰ ਇੱਕ ਜੀ ਦਾ ਆਪਣਾ ਨਾਵਾਂ। ਕਵੀ ਹੈਰਾਨ ਹੈ ਕਿ ਅੱਜ ਦੇ ਸਮੇਂ ਵਿੱਚ ਉਹ ਮਾਵਾਂ ਭੈਣਾਂ ਨਾਲ ਭਰੀਆਂ ਭਲੀਆਂ ਭਲੀਆਂ ਗਲੀਆਂ ਕਿੱਥੇ ਚਲੀਆਂ ਗਈਆਂ ਹਨ। ਉਸ ਸਮੇਂ ਉਹ ਜਿਸ ਘਰ ਵੀ ਚਾਹੁੰਦਾ ਸੀ ਖੁੱਲ੍ਹਾ ਆਉਂਦਾ ਜਾਂਦਾ ਸੀ। ਉਸ ਸਮੇਂ ਹਰ ਘਰ ਦੀ ਇਸਤਰੀ ਨਾਲ ਉਸ ਦਾ ਸੁੱਚਾ ਅਤੇ ਪ੍ਰਵਾਨਿਤ ਸਮਾਜਿਕ ਰਿਸ਼ਤਾ ਜੁੜਿਆ ਹੁੰਦਾ ਸੀ ਅਤੇ ਇਹ ਉਸ ਦੇ ਨਾਲ ਰਿਸ਼ਤੇ ਦੀ ਪੱਕੀ ਨਿਸ਼ਾਨੀ ਹੁੰਦੀ ਸੀ। ਕਈ ਰਿਸ਼ਤੇ ਉਮਰ ਦੇ ਹਿਸਾਬ ਨਾਲ ਅਤੇ ਕਈ ਸਮਾਜਿਕ ਸਬੰਧਾਂ ਕਰਕੇ ਹੁੰਦੇ ਸਨ। ਫਿਰ ਬਰਾਬਰ ਦੀ ਇਸਤਰੀ ਭੈਣ ਕਹਿਣ ਨਾਲ ਉਹ ਭੈਣ ਹੀ ਹੁੰਦੀ ਸੀ ਅਤੇ ਵੱਡੀ ਮਾਂ ਕਹਿਣ ਨਾਲ ਮਾਂ ਹੀ ਹੁੰਦੀ ਸੀ। ਉਹ ਜਿਸ ਕੋਲ ਵੀ ਜਾਣਾ ਆਉਣਾ ਚਾਹੁੰਦਾ ਸੀ ਨਿਸੰਗ ਆਉਂਦਾ ਜਾਂਦਾ ਸੀ। ਪਰੰਤੂ ਅੱਜ ਰਿਸ਼ਤਿਆਂ ਦੀ ਅਹਿਮੀਅਤ ਖਤਮ ਹੋਣ ਕਰਕੇ ਮੈਂ ਅਜਿਹਾ ਨਹੀਂ ਕਰ ਸਕਦਾ। ਹੁਣ ਤਾਂ ਇੱਕੋ ਜਿਹੀਆਂ ਕੰਧਾਂ, ਪਤਾ ਨਾ ਕਿਹੜੇ ਨਾਉਂ ਬੁਲਾਵਾਂ, ਭੈਣ ਕਹਾਂ ਤਾਂ ਦੱਸਣਾ ਪੈਂਦਾ ਆਪਣੀ ਨੀਅਤ ਦਾ ਸਰਨਾਮਾ। ਸਭ ਜਗ ਹੋਇਆ ਮਰਦ ਜਨਾਨੀ, ਬਾਕੀ ਸਭ ਛਾਵਾਂ ਪਰਛਾਵਾਂ, ਕਿੱਥੇ ਗਈਆਂ ਭੈਣਾਂ ਕਿੱਥੇ ਗਈਆਂ ਮਾਵਾਂ। ਡਾਕਟਰ ਹਰਭਜਨ ਸਿੰਘ ਕਹਿੰਦੇ ਹਨ ਕਿ ਅੱਜ ਦੇ ਯੁੱਗ ਵਿੱਚ ਸਭ ਇਸਤਰੀਆਂ ਇੱਕੋ ਜਿਹੀਆਂ ਬਣ ਗਈਆਂ ਹਨ। ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਨੂੰ ਕੀ ਕਹਿ ਕੇ ਬੁਲਾਵੇ। ਇੱਥੋਂ ਤੱਕ ਕਿ ਜੇਕਰ ਉਹ ਭੈਣ ਕਹਿ ਕੇ ਬੁਲਾਵੇ ਤਾਂ ਵੀ ਦੱਸਣਾ ਪੈਂਦਾ ਹੈ ਕਿ ਉਸ ਦੀ ਅਸਲ ਨੀਅਤ ਕੀ ਹੈ, ਉਸ ਦੀ ਅਸਲ ਇੱਛਾ ਕੀ ਹੈ। ਕੋਈ ਉਸ ਦੇ ਭੈਣ ਕਹਿਣ ਉੱਤੇ ਇਤਬਾਰ ਹੀ ਨਹੀਂ ਕਰਦਾ, ਕਿਉਂਕਿ ਇਸ ਸ਼ਬਦ ਦੀ ਵੀ ਦੁਰਵਰਤੋਂ ਹੋਣ ਲੱਗੀ ਹੈ। ਅੱਜ ਤਾਂ ਸਾਰਾ ਜ਼ਮਾਨਾ ਮਰਦ ਜਨਾਨੀ ਦੇ ਸਬੰਧਾਂ ਵਿੱਚ ਵੱਟ ਗਿਆ ਜਾਪਦਾ ਹੈ ਅਤੇ ਬਾਕੀ ਮਾਵਾਂ ਭੈਣਾਂ ਤੇ ਪ੍ਰੇਮਕਾਵਾਂ ਦੇ ਸਭ ਰਿਸ਼ਤੇ ਪਰਛਾਵਿਆਂ ਵਾਂਗ ਅਸਥਿਰ ਹੋ ਗਏ ਹਨ। ਅੱਜ ਉਸ ਨੂੰ ਇਨ੍ਹਾਂ ਸੱਚੇ ਤੇ ਪਵਿੱਤਰ ਰਿਸ਼ਤਿਆਂ ਦੇ ਗੁਆਚਣ ਦਾ ਬਹੁਤ ਦੁੱਖ ਹੈ। ਅੱਜ ਉਹ ਮਾਵਾਂ ਭੈਣਾਂ ਨੂੰ ਲੱਭ ਰਿਹਾ ਹੈ ਅਤੇ ਪਤਾ ਨਹੀਂ ਲੱਗਦਾ ਕਿ ਮਾਵਾਂ ਭੈਣਾਂ ਕਿੱਥੇ ਚਲੀਆਂ ਗਈਆਂ ਹਨ। ਇਹ ਸੀ ਡਾਕਟਰ ਹਰਭਜਨ ਸਿੰਘ ਦੀ ਲਿਖੀ ਹੋਈ ਕਵਿਤਾ ਕਿੱਥੇ ਗਈਆਂ ਭੈਣਾਂ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ
ਕਿ ਅੱਜ ਸਾਡੇ ਸਮਾਜ ਵਿੱਚੋਂ ਮਾਂ, ਭੈਣ ਅਤੇ ਪ੍ਰੇਮਿਕਾ ਦੇ ਪਵਿੱਤਰ ਰਿਸ਼ਤੇ ਗੁਆਚ ਚੁੱਕੇ ਹਨ। ਅੱਜ ਰਿਸ਼ਤਿਆਂ ਵਿੱਚ ਵਿਸ਼ਵਾਸ ਦੀ ਥਾਂ ਬੇਵਿਸ਼ਵਾਸੀ ਪ੍ਰਧਾਨ ਹੈ ਅਤੇ ਸਮਾਜ ਸੁੱਚੇ ਤੇ ਪਵਿੱਤਰ ਰਿਸ਼ਤਿਆਂ ਦੀ ਥਾਂ ਮਰਦ ਜਨਾਨੀ ਵਿੱਚ ਵੱਟ ਚੁੱਕਾ ਹੈ। ਇਹ ਸੀ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਕਿੱਥੇ ਗਈਆਂ ਭੈਣਾਂ। ਇਸ ਕਵਿਤਾ ਵਿੱਚ ਕਵੀ ਨੇ ਇਨਸਾਨੀ ਰਿਸ਼ਤਿਆਂ ਦੀ ਪਵਿੱਤਰਤਾ ਦੇ ਖਤਮ ਹੋ ਜਾਣ 'ਤੇ ਸਵਾਲ ਖੜ੍ਹੇ ਕੀਤੇ ਹਨ। ਅਜੋਕੇ ਦੌਰ ਵਿੱਚ ਕੋਈ ਵੀ ਇਨਸਾਨੀ ਰਿਸ਼ਤਾ ਸੱਚਾ ਤੇ ਸੁੱਚਾ ਨਹੀਂ ਰਿਹਾ। ਮਨੁੱਖੀ ਰਿਸ਼ਤਿਆਂ ਵਿੱਚ ਨਿਗਾਰ ਆ ਚੁੱਕਾ ਹੈ। ਕਵੀ ਨੂੰ ਇਹਨਾਂ ਸੱਚੇ ਅਤੇ ਪਵਿੱਤਰ ਰਿਸ਼ਤਿਆਂ ਦੇ ਗੁਆਚ ਜਾਣ ਦਾ ਬਹੁਤ ਦੁੱਖ ਹੈ। ਧੰਨਵਾਦ।